ਹੈਲੋ ਸਟੂਡੈਂਟਸ, ਹੋਪ ਯੂ ਆਲ ਆਰ ਵੈਲ ਐਂਡ ਫਾਈਨ। ਮੈਂ ਤੁਹਾਡੀ ਇੰਗਲਿਸ਼ ਟੀਚਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਲੈਸਨ ਪਲਾਂਟਸ ਆਲਸੋ ਬਰੀਥ ਐਂਡ ਫੀਲ ਪਾਰਟ 2 ਵੀਡੀਓ ਲੈ ਕੇ। ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ। ਸਟੂਡੈਂਟਸ, ਤੁਹਾਨੂੰ ਰਿਕੁਐਸਟ ਹੈ ਕਿ ਜਿਨ੍ਹਾਂ ਸਟੂਡੈਂਟਸ ਨੇ ਇਸ ਲੈਸਨ ਦਾ ਫਸਟ ਪਾਰਟ ਨਹੀਂ ਦੇਖਿਆ ਉਹ ਇਸ ਲੈਸਨ ਨੂੰ ਸਮਝਣ ਲਈ ਇਸ ਦਾ ਫਸਟ ਪਾਰਟ ਜ਼ਰੂਰ ਦੇਖੋ। ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਤਾਂ ਚਲੋ ਫਿਰ ਸਟਾਰਟ ਕਰਦੇ ਹਾਂ ਇਸ ਲੈਸਨ ਦਾ ਸੈਕਿੰਡ ਪਾਰਟ। A 3-year struggle began between Bose and the government in which he was victorious. ਬੌਸ ਅਤੇ ਸਰਕਾਰ ਦੇ ਵਿਚਕਾਰ 3 ਸਾਲਾ ਸੰਘਰਸ਼ ਸ਼ੁਰੂ ਹੋ ਗਿਆ ਜਿਸ ਵਿੱਚ ਬੌਸ ਜੇਤੂ ਰਹੇ। An Indian in those days of British rule usually received 2/3 of the salary paid to a European professor. ਬ੍ਰਿਟਿਸ਼ ਸ਼ਾਸਨ ਦੇ ਉਹਨਾਂ ਦਿਨਾਂ ਵਿੱਚ ਇੱਕ ਭਾਰਤੀ ਪ੍ਰੋਫੈਸਰ ਨੂੰ ਯੂਰੋਪੀਅਨ ਪ੍ਰੋਫੈਸਰ ਨੂੰ ਮਿਲਣ ਵਾਲੀ ਤਨਖਾਹ ਦੇ ਮੁਕਾਬਲੇ ਸਿਰਫ 2/3 ਤਨਖਾਹ ਹੀ ਮਿਲਦੀ ਸੀ। Boss' appointment was a temporary one, so he was given only half the rate for a European. ਤੇ ਬੌਸ ਦੀ ਅਪੁਆਇੰਟਮੈਂਟ ਟੈਂਪਰੇਰੀ ਸੀ, ਇਸ ਲਈ ਉਹਨਾਂ ਨੂੰ ਯੂਰੋਪੀਅਨ ਦੇ ਮੁਕਾਬਲੇ ਅੱਧੀ ਤਨਖਾਹ ਮਿਲਦੀ ਸੀ। ਬੌਸ ਵਾਜ਼ ਨਾਟ ਦ ਮੈਨ ਟੂ ਟੇਕ ਦਿਸ ਕੁਆਇਟਲੀ। ਬੌਸ ਅਜਿਹਾ ਵਿਅਕਤੀ ਨਹੀਂ ਸੀ ਜੋ ਇਸ ਨੂੰ ਚੁੱਪਚਾਪ ਸਹਿਨ ਕਰ ਲਵੇ। He felt that people who did the same amount and same kind of work should be paid the same salary, whatever race or nation they belonged to. ਉਹਨਾਂ ਦਾ ਮੰਨਣਾ ਸੀ ਕਿ ਉਹ ਲੋਕ ਜੋ ਇੱਕੋ ਜਿੰਨਾ ਤੇ ਇੱਕ ਹੀ ਤਰ੍ਹਾਂ ਦਾ ਕੰਮ ਕਰਦੇ ਹਨ ਉਹਨਾਂ ਦੀ ਤਨਖਾਹ ਵੀ ਇੱਕ ਹੀ ਹੋਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਜਾਤੀ ਜਾਂ ਰਾਸ਼ਟਰ ਦੇ ਨਾਲ ਸੰਬੰਧਿਤ ਹੋਣ। It is worth remembering that discoveries do not come from the faithful followers. ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਖੋਜਾਂ ਉਹਨਾਂ ਲੋਕਾਂ ਤੋਂ ਨਹੀਂ ਆਉਂਦੀਆਂ ਜੋ ਕਿਸੇ ਦੇ ਭਗਤ ਬਣ ਕੇ ਅੱਗੇ ਪਿੱਛੇ ਘੁੰਮਦੇ ਹਨ। ਐਂਡ the yes man of science, ਅਤੇ ਉਹਨਾਂ ਲੋਕਾਂ ਤੋਂ ਵੀ ਨਹੀਂ ਆਉਂਦੀਆਂ ਜੋ ਹਰ ਗੱਲ ਉੱਤੇ ਹਾਮੀ ਭਰਦੇ ਹਨ। They come from the doubters and the rebels. ਖੋਜਾਂ ਉਹਨਾਂ ਵਿਅਕਤੀਆਂ ਤੋਂ ਆਉਂਦੀਆਂ ਹਨ ਜੋ ਲੋਕ ਡਾਊਟ ਕਰਦੇ ਹੋਣ, ਮੀਨਸ ਜੋ ਕਹਿੰਦੇ ਹਨ ਕਿ ਸ਼ਾਇਦ ਇਹ ਗੱਲ ਠੀਕ ਨਹੀਂ ਜਾਂ ਕਿਸੇ ਚੀਜ਼ ਨੂੰ ਹੋਰ ਵੀ ਜਾਣਨ ਦੀ ਜ਼ਰੂਰਤ ਹੈ। ਐਂਡ ਅ ਰੈਬਲ ਮੀਨਸ ਜੋ ਬਾਗੀ ਹੁੰਦੇ ਹਨ, ਮਤਲਬ ਜੋ ਲੋਕ ਕਿਸੇ ਚੱਲੀ ਆ ਰਹੀ ਪ੍ਰਥਾ ਨੂੰ ਨਹੀਂ ਮੰਨਦੇ। ਬੌਸ ਵਾਜ਼ ਬਾਈ ਨੇਚਰ ਅ ਰੈਬਲ, ਤੇ ਬੌਸ ਆਪਣੇ ਸੁਭਾਅ ਤੋਂ ਹੀ ਬਾਗੀ ਸੀ। He refused to touch any part of his salary for 3 years. ਬੌਸ ਨੇ 3 ਸਾਲਾਂ ਤੱਕ ਆਪਣੀ ਤਨਖਾਹ ਨੂੰ ਛੂਇਆ ਤੱਕ ਨਹੀਂ, ਮਤਲਬ ਉਹਨਾਂ ਨੇ 3 ਸਾਲਾਂ ਤੱਕ ਉਹਨਾਂ ਨੇ ਤਨਖਾਹ ਨਹੀਂ ਲਈ। It was a question of his self respect. ਇਹ ਉਹਨਾਂ ਦੇ ਆਤਮ ਸਨਮਾਨ ਦਾ ਪ੍ਰਸ਼ਨ ਸੀ। ਸੈਲਫ ਰਿਸਪੈਕਟ ਮੀਨਸ ਆਤਮ ਸਨਮਾਨ। ਐਂਡ ਹੀ ਵਾਜ਼ ਨਾਟ ਰੈਡੀ ਟੂ ਗਿਵ ਅਪ ਹਿਜ਼ ਪ੍ਰਿੰਸੀਪਲਸ, ਤੇ ਉਹ ਆਪਣੇ ਸਿਧਾਂਤ ਛੱਡਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸਨ। ਪ੍ਰਿੰਸੀਪਲਸ ਮੀਨਸ ਸਿਧਾਂਤ। ਇਨ ਦ ਐਂਡ ਵਿਕਟਰੀ ਵਾਜ਼ ਹਿਜ਼, ਤੇ ਅੰਤ ਵਿੱਚ ਜਿੱਤ ਉਹਨਾਂ ਦੀ ਹੋਈ। ਬੌਸ ਨਾਓ ਬਿਗੇਨ ਦ ਵਰਕ ਵਿਚ ਹੈਜ਼ ਮੇਡ ਹਿਮ ਫੇਮਸ ਆਲ ਓਵਰ ਦ ਵਰਲਡ। ਹੁਣ ਬੌਸ ਨੇ ਉਹ ਕੰਮ ਸ਼ੁਰੂ ਕੀਤਾ ਜਿਸ ਨੇ ਉਸਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ। He had from boyhood been interested in animal and plant life. ਬੌਸ ਆਪਣੇ ਬॉयਹੁੱਡ ਤੋਂ ਹੀ ਜਾਨਵਰਾਂ ਅਤੇ ਪੌਦਿਆਂ ਦੀ ਲਾਈਫ ਦੇ ਵਿੱਚ ਦਿਲਚਸਪੀ ਰੱਖਦੇ ਸੀ। ਬॉयਹੁੱਡ ਮੀਨਸ ਅਪਰੋਕਸੀਮੇਟਲੀ 12 ਤੋਂ 17 ਸਾਲ ਦੀ ਉਮਰ ਨੂੰ ਬॉयਹੁੱਡ ਕਿਹਾ ਜਾਂਦਾ, ਜਿਸ ਨੂੰ ਅਸੀਂ ਅਡੋਲਸੈਂਸ ਪੀਰੀਅਡ ਵੀ ਕਹਿੰਦੇ ਹਾਂ। ਪੰਜਾਬੀ ਦੇ ਵਿੱਚ ਬॉयਹੁੱਡ ਨੂੰ ਅਸੀਂ ਬਾਲਪਨ ਜਾਂ ਫਿਰ ਲੜਕਪਨ ਕਹਿ ਸਕਦੇ ਹਾਂ। ਮੀਨਸ ਜਿਹੜੇ ਜਗਦੀਸ਼ ਚੰਦਰ ਬੋਸ ਸੀਗੇ ਉਹਨਾਂ ਨੂੰ ਆਪਣੇ ਬॉयਹੁੱਡ ਮਤਲਬ ਲੜਕਪਨ ਤੋਂ ਹੀ ਪਲਾਂਟਸ ਅਤੇ ਐਨੀਮਲਸ ਦੀ ਲਾਈਫ ਦੇ ਵਿੱਚ ਕਾਫੀ ਇੰਟਰਸਟ ਸੀ। Now his work in physics led him back to his old love. ਹੁਣ
ਫਿਜ਼ਿਕਸ ਉਹਨਾਂ ਨੂੰ ਉਹਨਾਂ ਦੇ ਪੁਰਾਣੇ ਪਿਆਰ ਦੇ ਵੱਲ ਲੈ ਗਈ। ਮੀਨਸ ਉਹ ਐਜ਼ ਅ ਫਿਜ਼ਿਕਸ ਪ੍ਰੋਫੈਸਰ ਅਪੁਆਇੰਟ ਹੋਏ ਸੀ ਤਾਂ ਉਹਨਾਂ ਦਾ ਇਹ ਵਰਕ ਉਹਨਾਂ ਨੂੰ ਉਹਨਾਂ ਦੇ ਓਲਡ ਲਵ ਮੀਨਸ ਪਲਾਂਟਸ ਅਤੇ ਐਨੀਮਲਸ ਦੀ ਲਾਈਫ ਦੇ ਵੱਲ ਲੈ ਗਿਆ। He had noticed that his wireless receiver showed signs of tiredness after it had been in use for some time. ਉਹਨਾਂ ਨੇ ਨੋਟਿਸ ਕੀਤਾ ਕਿ ਉਹਨਾਂ ਦਾ ਵਾਇਰਲੈਸ ਰਿਸੀਵਰ ਥਕਾਵਟ ਦੇ ਚਿੰਨ੍ਹ ਦਿਖਾਉਂਦਾ ਸੀ ਜਦੋਂ ਉਸ ਨੂੰ ਥੋੜ੍ਹੇ ਸਮੇਂ ਲਈ ਵਰਤਿਆ ਜਾਂਦਾ ਸੀ। But in some strange way got back its power after being rested. ਅਤੇ ਜਦੋਂ ਇਸ ਨੂੰ ਰੈਸਟ ਦਿੱਤਾ ਜਾਂਦਾ ਸੀ ਤਾਂ ਇਸ ਦੀ ਕੰਮ ਕਰਨ ਦੀ ਸ਼ਕਤੀ ਵਾਪਸ ਆ ਜਾਂਦੀ ਸੀ। ਮੀਨਸ ਜਗਦੀਸ਼ ਚੰਦਰ ਬੋਸ ਨੇ ਨੋਟਿਸ ਕੀਤਾ ਕਿ ਉਹਨਾਂ ਦਾ ਜਿਹੜਾ ਵਾਇਰਲੈਸ ਰਿਸੀਵਰ ਸੀ ਜਦੋਂ ਉਸ ਨੂੰ ਲੰਬੇ ਸਮੇਂ ਦੇ ਲਈ ਯੂਜ਼ ਕੀਤਾ ਜਾਂਦਾ ਸੀ ਤਾਂ ਉਹ ਥਕਾਵਟ ਦੇ ਚਿੰਨ੍ਹ ਦਿਖਾਉਂਦਾ ਸੀ ਅਤੇ ਜਦੋਂ ਉਸ ਨੂੰ ਰੈਸਟ ਦਿੱਤੀ ਜਾਂਦੀ ਸੀ ਮੀਨਸ ਥੋੜ੍ਹੇ ਸਮੇਂ ਦੇ ਲਈ ਉਹਨੂੰ ਨਹੀਂ ਵਰਤਿਆ ਜਾਂਦਾ ਸੀ ਤਾਂ ਉਸ ਦੀ ਜਿਹੜੀ ਕੰਮ ਕਰਨ ਦੀ ਸ਼ਕਤੀ ਸੀਗੀ ਉਹ ਵਾਪਸ ਆ ਜਾਂਦੀ ਸੀ। Here was food for thought, the kind of thought from which great discoveries come. ਇਸ ਨਾਲ ਉਹਨਾਂ ਦੇ ਵਿਚਾਰਾਂ ਨੂੰ ਸ਼ਕਤੀ ਮਿਲੀ ਜਿਸ ਨਾਲ ਵੱਡੀਆਂ ਖੋਜਾਂ ਹੁੰਦੀਆਂ ਹਨ। Food for thoughts means ਉਹਨਾਂ ਦੇ ਵਿਚਾਰਾਂ ਨੂੰ ਸ਼ਕਤੀ ਮਿਲੀ। Until the end of the Middle Age, the world was looked on as one beautiful unity created by God. ਮਿਡਲ ਏਜ ਵਿੱਚ ਲੋਕਾਂ ਦੀ ਧਾਰਨਾ ਸੀ ਕਿ ਇਹ ਸੰਸਾਰ ਬਹੁਤ ਸੁੰਦਰ ਹੈ ਅਤੇ ਇਸ ਨੂੰ ਰੱਬ ਦੁਆਰਾ ਬਣਾਇਆ ਗਿਆ ਹੈ। ਮਿਡਲ ਏਜ ਬੱਚੇ 5ਵੀਂ ਤੋਂ 10ਵੀਂ ਸ਼ਤਾਬਦੀ ਦੇ ਸਮੇਂ ਨੂੰ ਮਿਡਲ ਏਜ ਕਿਹਾ ਜਾਂਦਾ। ਮਤਲਬ ਉਸ ਸਮੇਂ ਲੋਕਾਂ ਦੀ ਧਾਰਨਾ ਸੀਗੀ ਕਿ ਇਹ ਜਿਹੜਾ ਸੰਸਾਰ ਆ ਇਸ ਨੂੰ ਗੋਡ ਨੇ ਬਣਾਇਆ ਹੈ ਅਤੇ ਇਹ ਬਹੁਤ ਜ਼ਿਆਦਾ ਬਿਊਟੀਫੁਲ ਹੈ। Man believed that everything in the world, from man to rocks and stones, had its place and purpose. ਇਨਸਾਨ ਦਾ ਵਿਸ਼ਵਾਸ ਸੀ ਕਿ ਜੋ ਕੁਝ ਵੀ ਸੰਸਾਰ ਵਿੱਚ ਹੈ ਚਾਹੇ ਉਹ ਇਨਸਾਨ ਹੈ, ਚਟਾਨ ਹੈ ਜਾਂ ਪੱਥਰ ਹੈ, ਹਰ ਇੱਕ ਚੀਜ਼ ਦੀ ਆਪਣੀ ਇੱਕ ਜਗ੍ਹਾ ਹੈ ਅਤੇ ਆਪਣਾ ਇੱਕ ਪਰਪਸ ਹੈ। The discoveries of Galileo and Newton changed the world picture. ਗੈਲੀਲੀਓ ਅਤੇ ਨਿਊਟਨ ਦੀਆਂ ਖੋਜਾਂ ਨੇ ਸੰਸਾਰ ਦੀ ਤਸਵੀਰ ਨੂੰ ਬਦਲ ਕੇ ਰੱਖ ਦਿੱਤਾ। ਹਾਂਜੀ ਬੱਚੇ, ਗੈਲੀਲੀਓ ਅਤੇ ਨਿਊਟਨ ਸੀਗੇ ਜਿਹੜੇ ਇਹ ਗ੍ਰੇਟ ਸਾਇੰਟਿਸਟ ਹੋਏ ਹਨ ਅਤੇ ਇਹਨਾਂ ਦੀਆਂ ਖੋਜਾਂ ਨੇ ਉਸ ਸਮੇਂ ਦੀ ਜਿਹੜਾ ਸੰਸਾਰ ਸੀਗਾ ਜਾਂ ਵਰਲਡ ਸੀ ਉਸ ਨੂੰ ਬਦਲ ਕੇ ਰੱਖ ਦਿੱਤਾ। ਮੀਨਸ ਪਹਿਲਾਂ ਲੋਕਾਂ ਦੀ ਧਾਰਨਾ ਸੀ ਕਿ ਸਭ ਕੁਝ ਗੋਡ ਨੇ ਬਣਾਇਆ ਹੈ ਅਤੇ ਇਹ ਜਿਹੜਾ ਸੰਸਾਰ ਆ ਇਹ ਬਹੁਤ ਬਿਊਟੀਫੁਲ ਆ ਅਤੇ ਬਟ ਗੈਲੀਲੀਓ ਅਤੇ ਨਿਊਟਨ ਸੀਗੇ ਜਿਹੜੇ ਉਹਨਾਂ ਨੇ ਆਪਣੀਆਂ ਖੋਜਾਂ ਦੇ ਨਾਲ ਇਸ ਧਾਰਨਾ ਨੂੰ ਬਦਲ ਦਿੱਤਾ। Man began to study each branch of science separately with greater detail and there developed several different kinds of science. ਇਨਸਾਨ ਨੇ ਵਿਗਿਆਨ ਦੀਆਂ ਅਲੱਗ-ਅਲੱਗ ਸ਼ਾਖਾਵਾਂ ਨੂੰ ਡਿਟੇਲ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਵਿਗਿਆਨ ਦੀਆਂ ਬਹੁਤ ਸਾਰੀਆਂ ਅਲੱਗ-ਅਲੱਗ ਕਿਸਮਾਂ ਦਾ ਵਿਕਾਸ ਹੋਇਆ। Boss, however, recognized a unity among all these different branches of science. ਬੌਸ ਦਾ ਮੰਨਣਾ ਸੀ ਕਿ ਸਾਇੰਸ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਵਿੱਚ ਵੀ ਇੱਕ ਪ੍ਰਕਾਰ ਦਾ ਏਕੀਕਰਨ ਹੈ। ਮੀਨਸ ਇਹ ਸਾਰੀਆਂ ਕਿਸਮਾਂ ਇੱਕੋ ਤਰ੍ਹਾਂ ਦੀਆਂ ਹਨ। He realized that there was a similarity in the behavior of lifeless and living things. ਉਹਨਾਂ ਨੂੰ ਅਹਿਸਾਸ ਹੋਇਆ ਕਿ ਨਿਰਜੀਵ ਅਤੇ ਸਜੀਵ ਚੀਜ਼ਾਂ ਦੇ ਵਿਵਹਾਰ ਵਿੱਚ ਸਮਾਨਤਾ ਹੈ। It was, however, not easy to convince others. ਪਰ ਇਸ ਗੱਲ ਲਈ ਦੂਸਰਿਆਂ ਨੂੰ ਸਹਿਮਤ ਕਰਨਾ ਆਸਾਨ ਨਹੀਂ ਸੀ। People hold on to their old beliefs and do not like to change them. ਲੋਕਾਂ ਦੇ ਆਪਣੇ ਵਿਸ਼ਵਾਸ ਸਨ ਜਿਨ੍ਹਾਂ ਨੂੰ ਉਹ ਬਦਲਣਾ ਨਹੀਂ ਚਾਹੁੰਦੇ ਸਨ। Boss suggested that the animal, vegetables and mineral kingdoms were one and had a great deal in common. ਬੌਸ ਦਾ ਕਹਿਣਾ ਸੀ ਕਿ ਜੋ ਜਾਨਵਰ ਹਨ, ਰੁੱਖ ਪੌਦੇ ਹਨ ਅਤੇ ਖਣਿਜ ਪਦਾਰਥ ਹਨ, ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਹੈ ਤੇ ਇਹ ਕਾਫੀ ਹੱਦ ਤੱਕ ਇੱਕੋ ਤਰ੍ਹਾਂ ਦੇ ਹਨ। He said that plants and metals had a life of their own and could become tired, depressed or happy.
ਉਹਨਾਂ ਨੇ ਕਿਹਾ ਕਿ ਜੋ ਰੁੱਖ ਪੌਦੇ ਹਨ ਜਾਂ ਧਾਤਾਂ ਹਨ, ਇਹਨਾਂ ਦੀ ਆਪਣੀ ਲਾਈਫ ਹੁੰਦੀ ਹੈ। ਇਹ ਵੀ ਥੱਕ ਜਾਂਦੇ ਹਨ, ਦੁਖੀ ਹੁੰਦੇ ਹਨ ਅਤੇ ਖੁਸ਼ ਹੁੰਦੇ ਹਨ। ਪੀਪਲ ਲਾਫਡ ਐਟ ਹਿਮ, ਲੋਕ ਉਹਨਾਂ ਉੱਤੇ ਹੱਸਦੇ ਸਨ। ਦੇ ਡਿਡ ਨਾਟ ਟੇਕ ਹਿਮ ਸੀਰੀਅਸਲੀ, ਲੋਕ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ। ਬੌਸ ਨਿਊ ਹੀ ਵਾਸ ਰਾਈਟ ਐਂਡ ਪ੍ਰੂਵਡ ਇਟ, ਬੌਸ ਜਾਣਦਾ ਸੀ ਕਿ ਉਹ ਠੀਕ ਹੈ ਤੇ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ। To begin with, he designed and built a machine which recorded his findings with maximum exactness, ਅਤੇ ਇਸ ਗੱਲ ਨੂੰ ਸਿੱਧ ਕਰਨ ਲਈ ਉਹਨਾਂ ਨੇ ਇੱਕ ਮਸ਼ੀਨ ਬਣਾਈ ਜਿਸ ਨੇ ਇਸ ਗੱਲ ਨੂੰ ਭਾਰੀ ਮਾਤਰਾ ਵਿੱਚ ਪ੍ਰਮਾਣ ਦੇ ਨਾਲ ਸਿੱਧ ਕੀਤਾ। This was the crescograph, the amazing instrument which records the growth of plants. ਇਹ ਮਸ਼ੀਨ ਕ੍ਰੈਸਕੋਗ੍ਰਾਫ ਸੀ, ਇੱਕ ਹੈਰਾਨੀਜਨਕ ਮਸ਼ੀਨ ਜੋ ਪੌਦਿਆਂ ਦੇ ਵਾਧੇ ਨੂੰ ਮਾਪ ਸਕਦੀ ਸੀ। It magnifies the movement of plant tissues 10,000 times. ਇਹ ਮਸ਼ੀਨ ਪੌਦਿਆਂ ਦੀਆਂ ਕੋਸ਼ਿਕਾਵਾਂ ਨੂੰ 10,000 ਗੁਣਾ ਵੱਡਾ ਕਰਕੇ ਦਿਖਾਉਂਦੀ ਹੈ। And can record the reaction of plants to manures, noise and other stimuli. ਅਤੇ ਪੌਦਿਆਂ ਦਾ ਖਾਦ, ਸ਼ੋਰ ਅਤੇ ਹੋਰ ਉਤੇਜਨਾ ਵਾਲੀ ਚੀਜ਼ ਪ੍ਰਤੀ ਕੀ ਰਿਐਕਸ਼ਨ ਹੈ, ਇਸ ਨੂੰ ਵੀ ਇਹ ਮਸ਼ੀਨ ਰਿਕਾਰਡ ਕਰਦੀ ਸੀ। The crescograph proved that Bose had not been wrong. ਕ੍ਰੈਸਕੋਗ੍ਰਾਫ ਨੇ ਇਹ ਸਿੱਧ ਕਰ ਦਿੱਤਾ ਕਿ ਬੌਸ ਗਲਤ ਨਹੀਂ ਸਨ। It showed that plants have hearts and are capable of feelings. ਇਸ ਮਸ਼ੀਨ ਨੇ ਦਿਖਾਇਆ ਕਿ ਪੌਦਿਆਂ ਦੇ ਦਿਲ ਹੁੰਦਾ ਹੈ ਤੇ ਉਹਨਾਂ ਵਿੱਚ ਵੀ ਫੀਲਿੰਗਸ ਹੁੰਦੀਆਂ ਹਨ। The crescograph indicated that plants have a keen sight and react to rays of light and wireless waves. ਕ੍ਰੈਸਕੋਗ੍ਰਾਫ ਨੇ ਇਹ ਵੀ ਦਿਖਾਇਆ ਕਿ ਜੋ ਰੁੱਖ ਪੌਦੇ ਹੁੰਦੇ ਹਨ, ਉਹਨਾਂ ਵਿੱਚ ਇੱਕ ਉਤਸੁਕ ਨਜ਼ਰ ਹੁੰਦੀ ਹੈ ਅਤੇ ਉਹ ਚਾਨਣ ਦੀਆਂ ਕਿਰਨਾਂ ਅਤੇ ਵਾਇਰਲੈਸ ਤਰੰਗਾਂ ਪ੍ਰਤੀ ਆਪਣਾ ਰਿਐਕਸ਼ਨ ਦਿਖਾਉਂਦੇ ਹਨ। The machine proved that plants have a special sense which tells them of the approach of a stranger. ਅਤੇ ਮਸ਼ੀਨ ਨੇ ਇਹ ਵੀ ਸਿੱਧ ਕੀਤਾ ਕਿ ਪੌਦਿਆਂ ਵਿੱਚ ਇਸ ਤਰ੍ਹਾਂ ਦੀ ਸੈਂਸ ਹੁੰਦੀ ਹੈ ਜੋ ਉਹਨਾਂ ਨੂੰ ਦੱਸਦੀ ਹੈ ਕਿ ਕੋਈ ਅਜਨਬੀ ਉਹਨਾਂ ਵੱਲ ਆ ਰਿਹਾ ਹੈ। The story of this great scientist will not be complete without some mention of his concern for India and her people. ਇਸ ਮਹਾਨ ਵਿਗਿਆਨੀ ਦੀ ਕਹਾਣੀ ਉਦੋਂ ਤੱਕ ਪੂਰੀ ਨਹੀਂ ਹੋਵੇਗੀ ਜਦੋਂ ਤੱਕ ਅਸੀਂ ਇਹ ਨਾ ਦੱਸੀਏ ਕਿ ਇਹਨਾਂ ਦਾ ਭਾਰਤ ਅਤੇ ਭਾਰਤ ਦੇ ਨਾਗਰਿਕਾਂ ਦੇ ਪ੍ਰਤੀ ਬਹੁਤ ਜ਼ਿਆਦਾ ਲਗਾਵ ਸੀ। He had a deep faith in the intelligence of his countrymen. ਅਤੇ ਇਹਨਾਂ ਨੂੰ ਆਪਣੇ ਦੇਸ਼ ਵਾਸੀਆਂ ਦੇ ਇੰਟੈਲੀਜੈਂਸ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਸੀ। ਮੀਨਸ ਜਗਦੀਸ਼ ਚੰਦਰ ਬੋਸ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਜੋ ਭਾਰਤ ਦੇ ਨਾਗਰਿਕ ਹਨ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਹਨ। Bose was certain that they were as capable of doing great things today as their ancestors had done in the past. ਬੌਸ ਨੂੰ ਪੱਕਾ ਵਿਸ਼ਵਾਸ ਸੀ ਕਿ ਉਸਦੇ ਦੇਸ਼ ਦੇ ਨਾਗਰਿਕ ਮਹਾਨ ਚੀਜ਼ਾਂ ਨੂੰ ਕਰਨ ਦੇ ਲਈ ਉਨੇ ਹੀ ਕਾਬਿਲ ਹਨ ਜਿੰਨੇ ਕਿ ਇਹਨਾਂ ਦੇ ਪੂਰਵਜ ਸਨ। ਹਾਂਜੀ ਬੱਚੇ, ਐਨਸੈਸਟਰ ਮੀਨਸ ਹੁੰਦਾ ਹੈ ਪੂਰਵਜ। In an address at a convocation of the University of Mysore in November 1927, Sir Jagdish Chandra Bose spoke about India's glory in the past and declared that it was action and not idleness that was responsible for that glory. ਜੇ.ਸੀ. ਬੌਸ ਨੇ ਨਵੰਬਰ 1927 ਈਸਵੀ ਵਿੱਚ ਮੈਸੂਰ ਯੂਨੀਵਰਸਿਟੀ ਦੇ ਕਨਵੋਕੇਸ਼ਨ ਇਵੈਂਟ ਵਿੱਚ ਸੰਬੋਧਨ ਕਰਦੇ ਹੋਇਆਂ ਭਾਰਤ ਦੀ ਮਹਿਮਾ ਬਾਰੇ ਦੱਸਿਆ ਅਤੇ ਉਹਨਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਭਾਰਤ ਦੀ ਇਹ ਮਹਿਮਾ ਸਾਡੇ ਕੰਮਾਂ ਕਰਕੇ ਹੈ, ਨਾ ਕਿ ਇਸ ਲਈ ਕਿ ਅਸੀਂ ਕੁਝ ਵੀ ਨਹੀਂ ਕੀਤਾ। ਹਾਂਜੀ ਬੱਚੇ, ਕਨਵੋਕੇਸ਼ਨ ਇਵੈਂਟ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਸਟੂਡੈਂਟ ਆਪਣੀ ਡਿਗਰੀ ਕੰਪਲੀਟ ਕਰ ਲੈਂਦਾ, ਮੀਨਸ ਕੋਈ
ਸਟੂਡੈਂਟ ਆ ਉਹਨੇ BA ਕੀਤੀ ਆ ਤਾਂ ਉਸਨੂੰ BA ਦੀ ਡਿਗਰੀ ਜਿਸ ਇਵੈਂਟ ਦੇ ਵਿੱਚ ਦਿੱਤੀ ਜਾਂਦੀ ਆ ਉਸਨੂੰ ਕਨਵੋਕੇਸ਼ਨ ਇਵੈਂਟ ਕਿਹਾ ਜਾਂਦਾ ਹੈ। He believed that there could be no happiness for a single person unless it had been one for all. ਉਹਨਾਂ ਦਾ ਵਿਸ਼ਵਾਸ ਸੀ ਕਿ ਇੱਕ ਇਕੱਲੇ ਵਿਅਕਤੀ ਲਈ ਖੁਸ਼ੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਇਹ ਖੁਸ਼ੀ ਸਭ ਦੇ ਲਈ ਨਾ ਹੋਵੇ। ਮੀਨਸ ਕੋਈ ਵੀ ਇਨਸਾਨ ਆ ਜਿਹੜਾ ਉਹ ਇਕੱਲਾ ਖੁਸ਼ ਨਹੀਂ ਹੋ ਸਕਦਾ, ਜਦੋਂ ਸਾਰੇ ਖੁਸ਼ ਹੋਣ ਤਾਂ ਹੀ ਉਹ ਖੁਸ਼ ਹੋ ਸਕਦਾ। And this great scientist wanted his countrymen to have undying hope and faith in the future. ਅਤੇ ਇਹ ਮਹਾਨ ਵਿਗਿਆਨੀ ਚਾਹੁੰਦਾ ਸੀ ਕਿ ਉਸਦੇ ਦੇਸ਼ ਦੇ ਨਾਗਰਿਕਾਂ ਦੇ ਅੰਦਰ ਨਾ ਮਰਨ ਵਾਲੀ ਉਮੀਦ ਹੋਵੇ ਅਤੇ ਭਵਿੱਖ ਦੇ ਪ੍ਰਤੀ ਵਿਸ਼ਵਾਸ ਹੋਵੇ। ਹਾਂਜੀ ਸਟੂਡੈਂਟਸ, ਇਸ ਲੈਸਨ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ JC ਬੋਸ ਇੰਡੀਆ ਦੇ ਗ੍ਰੇਟ ਸਾਇੰਟਿਸਟ ਹੋਏ ਹਨ ਅਤੇ ਉਹਨਾਂ ਨੇ ਕ੍ਰੈਸਕੋਗ੍ਰਾਫ ਨਾਂ ਦੀ ਮਸ਼ੀਨ ਦੀ ਖੋਜ ਕੀਤੀ ਅਤੇ ਇਸ ਮਸ਼ੀਨ ਰਾਹੀਂ ਇਹ ਸਿੱਧ ਕੀਤਾ ਕਿ ਪਲਾਂਟਸ ਵਿੱਚ ਵੀ ਲਾਈਫ ਹੁੰਦੀ ਹੈ। ਜਿਸ ਤਰ੍ਹਾਂ ਇਨਸਾਨ ਫੀਲ ਕਰਦੇ ਹਨ ਉਸੇ ਤਰ੍ਹਾਂ ਪਲਾਂਟਸ ਵਿੱਚ ਵੀ ਫੀਲਿੰਗਸ ਹੁੰਦੀਆਂ ਹਨ। ਪਲਾਂਟਸ ਵੀ ਖੁਸ਼ ਹੁੰਦੇ ਹਨ, ਦੁਖੀ ਹੁੰਦੇ ਹਨ, ਉਦਾਸ ਹੁੰਦੇ ਹਨ ਅਤੇ ਥਕਾਵਟ ਮਹਿਸੂਸ ਕਰਦੇ ਹਨ। Dear students, hope you all are understand the whole lesson. Thank you. Stay home, stay healthy.